ਲੇਖਕ ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਭਾਗ 2। ਅਸੀਂ ਨਵੀਂ ਦਿੱਲੀ ਆਏ ਤੇ ਕਰਜ਼ਨ ਰੋਡ ਦੇ ਇੱਕ ਨਿੱਕੇ ਘਰ ਵਿੱਚ ਰਹਿਣ ਲੱਗੇ, ਜਿਸ ਦੇ ਅੱਗੇ ਪਿੱਛੇ ਖੁੱਲ੍ਹੀ ਥਾਂ ਤੇ ਦਰੱਖਤ ਸਨ। ਇਸ ਨਿੱਕੇ ਘਰ ਦਾ ਇੱਕ ਲੰਮਾ ਪਤਲਾ ਕਮਰਾ ਸੀ। ਨਿੱਕਾ ਫਰਨੀਚਰ, ਚਟਾਈਆਂ ਤੇ ਰੂੰ ਦੀਆਂ ਭਰੀਆਂ ਨਿੱਕੀਆਂ ਗੱਦੀਆਂ ਤੇ ਨੀਵਾ ਮੋਟੇ ਪਾਵਿਆਂ ਵਾਲਾ ਤਖਤਪੋਸ਼। ਇਹ ਕਮਰਾ ਫਰਨੀਚਰ ਨਾਲ ਹੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇੱਕ ਪਾਸੇ ਕੰਮ ਕਰਨ ਵਾਲਾ ਮੇਜ਼, ਬਿਜਲੀ ਦਾ ਟਾਈਪਰਾਈਟਰ, ਟੈਲੀਫੋਨ ਤੇ ਕਿਤਾਬਾਂ। ਦੂਜੇ ਪਾਸੇ ਸੌਣ ਵਾਲੀ ਥਾਂ, ਵਰਾਂਡੇ ਦੀਆਂ ਮਿਹਰਾਬਾਂ। ਨਿੱਕੇ ਵਿਹੜੇ ਵਿੱਚ ਲਾਲ ਬੋਗਨਵਿਲੀਆ, ਦਰਵਾਜ਼ੇ ਦੇ ਬਾਹਰ ਕੰਧ ਤੇ ਗਣੇਸ਼ ਦੀ ਕਾਲੇ ਪੱਥਰ ਦੀ ਮੂਰਤੀ ਜੜੀ ਹੋਈ ਸੀ। ਜੀਨੀ ਨੇ ਕਿਹਾ, ਮੈਂ ਜਾਣਦੀ ਹਾਂ ਇਸ ਦੇਵਤੇ ਨੂੰ। ਹਰ ਸ਼ੁਭ ਕੰਮ ਕਰਨ ਤੋਂ ਪਹਿਲਾਂ ਇਸ ਦੀ ਪੂਜਾ ਹੁੰਦੀ ਹੈ। ਇਹ ਪਾਰਵਤੀ ਦਾ ਪੁੱਤ ਹੈ। ਇਸ ਦੀ ਸਵਾਰੀ ਚੂਹਾ ਹੈ। ਕਿਤਨਾ ਗੋਲ ਮਟੋਲ ਤੇ ਸੋਹਣਾ ਲੱਗਦਾ ਹੈ ਇਹ ਦੇਵਤਾ। ਮੋਟਾ ਢਿੱਡ, ਡੂੰਗੀ ਧੁੰਨੀ ਅਤੇ ਹਾਥੀ ਦਾ ਸਿਰ। ਕਮਾਲ ਹੈ ਤੁਹਾਡਾ ਇਹ ਦੇਵਤਾ। ਮੈਂ ਜੀਨੀ ਨੂੰ ਚੁੱਕ ਕੇ ਦਹਲੀਜ਼ ਪਾਰ ਕੀਤੀ ਤੇ ਇਸ ਤਰ੍ਹਾਂ ਉਸ ਦਾ ਦੁਲਹਨ ਦੇ ਰੂਪ ਵਿੱਚ ਪੱਛਮੀ ਪਰੰਪਰਾ ਅਨੁਸਾਰ ਸਵਾਗਤ ਕੀਤਾ। ਥੋੜੇ ਦਿਨਾਂ ਵਿੱਚ ਆਪਣਾ ਸਮਾਨ ਆ ਗਿਆ। ਅਸੀਂ ਲੱਕੜ ਦੇ ਬਕਸੇ ਖੋਲ੍ਹੇ ਤੇ ਕਾਗਜ਼ਾਂ ਵਿੱਚ ਲਿਪਟੀਆਂ ਚੀਜ਼ਾਂ ਨੂੰ ਇੱਕ-ਇੱਕ ਕਰਕੇ ਬਾਹਰ ਕੱਢਿਆ। ਜੀਨੀ ਦੇ ਨੀਲੇ ਰੰਗ ਦਾ ਕੀਮਤੀ ਟੀ ਸੈੱਟ ਤੇ ਪਲੇਟਾਂ, ਟੋਸਟਰ, ਮਿਕਸਰ, ਕਿਪਸਨ ਗਿਟਾਰ, ਕਿਤਾਬਾਂ ਤੇ ਉਸ ਦੀ $300 ਦੀ ਚਾਂਦੀ ਦੀ ਬੰਸਰੀ। ਫਰਿੱਜ ਇੱਕ ਗੱਡੇ ਉੱਤੇ ਆਇਆ। ਇੱਕ ਝੋਟਾ ਗੱਡੇ ਨੂੰ ਖਿੱਚਦਾ ਹੋਇਆ ਸਾਡੇ ਘਰ ਅੱਗੇ ਆ ਖੜਾ ਹੋਇਆ। ਰੌਲਾ ਪੈ ਗਿਆ, ਫਰਿੱਜ ਆ ਗਿਆ। ਪਰ ਇਹ ਮਲੱਠੀ ਰੰਗਾ ਫਰਿੱਜ ਇਤਨਾ ਵੱਡਾ ਸੀ ਕਿ ਸਾਡੇ ਘਰ ਦੇ ਤੰਗ ਬੂਹੇ ਵਿੱਚ ਦੀ ਨਹੀਂ ਸੀ ਲੰਘ ਸਕਦਾ। ਇਸ ਨੂੰ ਕਿਸ ਤਰ੍ਹਾਂ ਘਰ ਦੇ ਨਿੱਕੇ ਵਿਹੜੇ ਵਿੱਚ ਲਿਆਂਦਾ ਜਾਵੇ। ਸ਼ਾਇਦ ਦਰਵਾਜ਼ਾ ਤੋੜਨਾ ਪਵੇ। ਫੀਤੇ ਨਾਲ ਮਾਪ ਕੇ ਦੇਖਿਆ ਤਾਂ ਦਰਵਾਜ਼ਾ ਤੋੜਨ ਨਾਲ ਵੀ ਇਹ ਅੰਦਰ ਨਹੀਂ ਸੀ ਆ ਸਕਦਾ। ਫਰਿੱਜ ਗਲੀ ਵਿੱਚ ਹੀ ਖੜਾ ਸੀ। ਗੁੱਸੇ ਵਿੱਚ ਆਕੜਿਆ, ਜੇਦਾ ਮਾਰਿਆ, ਘੂਰੀ ਵੱਟੀ ਆਫਰਿਆ ਆਇਆ। ਇਹ ਅੰਦਰ ਨਹੀਂ ਸੀ ਆਉਣਾ ਚਾਹੁੰਦਾ। ਇੱਕ ਅਜੀਬ ਤਰ੍ਹਾਂ ਇਸ ਦੇ ਮਗਰੂਰ ਅਮਰੀਕਨ ਦਾ ਰੂਪ ਧਾਰਨ ਕਰ ਲਿਆ ਸੀ, ਜੋ ਮੇਰੇ ਘਰ ਦੇ ਜੀਵਨ ਵਿੱਚ ਰਚਣ ਲਈ ਤਿਆਰ ਨਹੀਂ ਸੀ। ਇਸ ਨੂੰ ਕਿਸ ਤਰ੍ਹਾਂ ਪਲੋਸ ਕੇ ਅੰਦਰ ਲਿਆਵਾਂ। ਇੱਥੇ ਤਾਂ ਇਸ ਨੂੰ ਚੁੱਕ ਕੇ ਕੰਧ ਉੱਪਰੋਂ ਲਿਆਉਣ ਲਈ ਕ੍ਰੇਨ ਵੀ ਨਹੀਂ ਸੀ। ਮੈਂ ਬਾਹਰ ਕਿਸੇ ਦੀ ਮਦਦ ਭਾਲਣ ਲਈ ਗਿਆ। ਗਲੀ ਦੇ ਮੋੜ ਤੇ 6 ਮਜ਼ਦੂਰ ਬੈਠੇ ਬੀੜੀਆਂ ਪੀ ਰਹੇ ਸਨ। ਉਹ ਮੇਰੀ ਗੱਲ ਸੁਣ ਕੇ ਝੱਟ ਉੱਠ ਖੜੇ ਹੋਏ ਤੇ $2 ਫੀ ਮਜ਼ਦੂਰ ਦੇ ਹਿਸਾਬ ਨਾਲ ਮੇਰੇ ਪਿੱਛੇ ਆ ਗਏ। ਇਹਨਾਂ ਵਿੱਚੋਂ 4 ਜਣਿਆਂ ਨੇ ਫਰਿੱਜ ਨੂੰ ਚੁੱਕ ਲਿਆ ਤੇ ਉਤਾਂਹ ਕੰਧ ਉੱਤੇ ਖੜੇ ਮਜ਼ਦੂਰਾਂ ਨੇ ਇਸ ਨੂੰ ਕੰਧ ਉੱਤੇ ਟਿਕਾ ਲਿਆ। ਫਿਰ ਉਹ 4 ਮਜ਼ਦੂਰ ਘਰ ਅੰਦਰ ਦੌੜ ਕੇ ਆਏ। ਉਹਨਾਂ ਦੇ ਮੁਸ਼ਕੀ ਜਿਸਮ ਤੇ ਮਜ਼ਬੂਤ ਪੱਠੇ ਸ਼ਕਤੀ ਨਾਲ ਫੜਕ ਰਹੇ ਸਨ। ਬਾਸਕਟਬਾਲ ਦੇ ਖਿਡਾਰੀਆਂ ਵਾਂਗ ਉਹਨਾਂ ਨੇ ਇਸ ਫਰਿੱਜ ਨੂੰ ਬੜੀ ਹੁਸ਼ਿਆਰੀ ਨਾਲ ਆਪਣੇ ਹੱਥਾਂ ਵਿੱਚ ਦਬੋਚ ਲਿਆ ਤੇ ਫਿਰ ਨਿਪੁੰਨਤਾ ਨਾਲ ਬਰਾਂਡੇ ਵਿੱਚ ਲਿਆ ਕੇ ਰੱਖ ਦਿੱਤਾ। ਅਸੀਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਪਾਰਟੀਆਂ, ਸਮਾਰੋਹਾਂ ਤੇ ਕਲਾਤਮਕ ਸਮਾਗਮਾਂ ਵਿੱਚ ਜਾਂਦੇ ਤੇ ਦੋਸਤ ਮਿੱਤਰਾਂ ਨੂੰ ਮਿਲਦੇ। ਮੈਂ ਦਿੱਲੀ ਦੇ ਜ਼ਿੰਦਗੀ ਦਾ ਰਸ ਸੋਕ ਰਿਹਾ ਸੀ। ਅਸੀਂ ਦੋਵੇਂ ਤਕਰੀਬਨ ਹਰ ਦੂਜੀ ਤੀਜੀ ਸ਼ਾਮ ਬਾਹਰ ਜਾਂਦੇ। ਜੀਨੀ ਨੂੰ ਇਹਨਾਂ ਪਾਰਟੀਆਂ ਨੇ ਥਕਾ ਦਿੱਤਾ। ਉਹ ਘਰ ਦੀ ਸ਼ਾਂਤ ਜ਼ਿੰਦਗੀ ਪਸੰਦ ਕਰਦੀ ਸੀ। ਦਿਨ ਢਲੇ ਛੇਤੀ ਖਾਣਾ ਤੇ ਮੀਆਂ ਬੀਵੀ ਦਾ ਇਕਾਂਤ। ਮੇਰੇ ਦੋਸਤਾਂ ਵਿੱਚੋਂ 3 ਜਣੇ ਇਹੋ ਜਿਹੇ ਸਨ ਜੋ ਮੈਨੂੰ ਹਰ ਦੂਜੇ ਤੀਜੇ ਦਿਨ ਮਿਲਦੇ। ਤਾਰਾ ਸਿੰਘ ਕਮਾਲ, ਸ਼ਾਇਰ ਉਮਾ ਵਾਸੂਦੇਵ, ਜਰਨਲਿਸਟ, ਤੇ ਸਤੀਸ਼ ਗੁਜਰਾਲ, ਪੇਂਟਰ। ਤਾਰਾ ਸਿੰਘ ਤੇ ਉਮਾ ਮੈਨੂੰ ਵੱਡੇ ਤੰਬੂ ਵਾਲੇ ਕਾਫੀ ਹਾਊਸ ਵਿੱਚ ਮਿਲਦੇ। ਦੋਵੇਂ ਵੱਖ-ਵੱਖ ਥਾਵਾਂ ਉੱਤੇ ਬੈਠਦੇ। ਤਾਰਾ ਸਿੰਘ ਮਰਦਾਵੇਂ ਇਲਾਕੇ ਵਿੱਚ ਬੈਠਦਾ ਤੇ ਉਸਦੇ ਨਾਲ ਫੱਕੜ ਸ਼ਾਇਰ, ਭੁੱਖੜ ਤੇ ਬੇਕਾਰ ਕਲਾਕਾਰ ਤੇ ਪੰਜਾਬੀ ਬਿਜ਼ਨਸਮੈਨ ਹੁੰਦੇ। ਉਮਾ ਫੈਮਿਲੀ ਸੈਕਸ਼ਨ ਵਿੱਚ ਆਪਣੇ ਦੋਸਤਾਂ ਨਾਲ ਬੈਠਦੀ। ਦੋਹਾਂ ਨੇ ਕਾਫੀ ਹਾਊਸ ਨੂੰ ਆਪਣਾ ਦਫ਼ਤਰ ਬਣਾ ਰੱਖਿਆ ਸੀ। ਇੱਥੇ ਲੋਕਾਂ ਨੂੰ ਮਿਲਦੇ, ਚਿੱਠੀਆਂ ਲਿਖਦੇ, ਆਪਣੇ ਮੈਗਜ਼ੀਨਾਂ ਐਡਿਟ ਕਰਦੇ ਅਤੇ ਦਿੱਲੀ ਦੀ ਨਬਜ਼ ਨੂੰ ਭਾਂਪਦੇ। ਤਾਰਾ ਸਿੰਘ ਅੰਗਰੇਜ਼ੀ ਨਹੀਂ ਸੀ ਪੜ੍ਹਿਆ ਹੋਇਆ। ਬਸ ਸੁਣ ਕੇ ਹੀ ਉਸਨੂੰ ਟੁੱਟੀ-ਫੁੱਟੀ ਅੰਗਰੇਜ਼ੀ ਆ ਗਈ ਸੀ ਤੇ ਇਸ ਦੀ ਮਦਦ ਨਾਲ ਉਹ ਪੜ੍ਹਿਆ ਲਿਖਿਆ ਨਾਲੋਂ ਵੀ ਵਧੇਰੇ ਗੱਲ ਦੀ ਤਹਿ ਨੂੰ ਸਮਝ ਲੈਂਦਾ। ਉਹਦੇ ਹੱਥ ਮਜ਼ਬੂਤ ਸਨ, ਹਥੌੜਿਆਂ ਵਰਗੇ। ਉਸਦੇ ਪੱਕੇ ਰੰਗ ਤੇ ਚਿਹਰੇ ਉੱਪਰ ਛਿਦਰੀ ਦਾੜ੍ਹੀ ਸੀ ਤੇ ਸਿਰ ਉੱਤੇ ਨੀਲੀ ਪੱਗ। ਜਦੋਂ ਉਹ ਕੁੜੀਆਂ ਦੇ ਉਧਾਲਿਆਂ, ਕਾਲ ਗਰਲਜ਼, ਕਰਪਟ ਬਿਜ਼ਨਸਮੈਨ, ਭੁੱਖੇ ਪੰਜਾਬੀ ਲੇਖਕਾਂ ਤੇ ਸਿਆਸੀ ਤੇ ਸਮਾਜਿਕ ਵਿਚਾਰ ਦੀਆਂ ਗੱਲਾਂ ਕਰਦਾ ਤੇ ਲੁੱਚੇ ਲਤੀਫੇ ਸੁਣਾਉਂਦਾ ਤਾਂ ਮੋਟੀਆਂ ਐਨਕਾਂ ਵਿੱਚੋਂ ਉਸਦੀਆਂ ਨਿੱਕੀਆਂ ਸੂਝਵਾਨ ਅੱਖਾਂ ਚਮਕ ਉੱਠੀਆਂ। ਇੱਕ ਦਿਨ ਬਾਰਿਸ਼ ਹੋ ਰਹੀ ਸੀ। ਤੰਬੂ ਕਿਤਿਓਂ ਚੋ ਰਿਹਾ ਸੀ। ਤਾਰਾ ਸਿੰਘ ਇਕੱਲਾ ਬੈਠਾ ਕੌਫੀ ਦਾ ਪਿਆਲਾ ਪੀਂਦਾ ਹੋਇਆ ਆਪਣੀ ਨੋਟਬੁੱਕ ਵਿੱਚ ਕੁਝ ਲਿਖ ਰਿਹਾ ਸੀ। ਮੈਨੂੰ ਦੇਖ ਕੇ
ਉਸਨੇ ਨੋਟਬੁੱਕ ਇੱਕ ਪਾਸੇ ਰੱਖ ਦਿੱਤੀ ਤੇ ਮੇਰੇ ਲਈ ਕੌਫੀ ਦੇ ਪਿਆਲੇ ਦਾ ਆਰਡਰ ਦਿੱਤਾ। ਕੀ ਲਿਖ ਰਿਹਾ ਏਂ? ਮੈਂ ਪੁੱਛਿਆ। ਝੂਠ ਰਚ ਰਿਹਾ ਹਾਂ। ਤੁਹਾਨੂੰ ਪਤਾ ਹੈ, ਇਹ ਕਵਿਤਾ ਸਾਰੀ ਝੂਠ ਹੀ ਤਾਂ ਹੁੰਦੀ ਹੈ। ਮੈਂ ਲੋਕਾਂ ਨੂੰ ਉਹ ਚੀਜ਼ ਵਿਖਾ ਰਿਹਾ ਹਾਂ ਜੋ ਦਰਅਸਲ ਹੈ ਨਹੀਂ, ਜੋ ਉਹ ਆਪਣੀ ਸਧਾਰਨ ਦ੍ਰਿਸ਼ਟੀ ਨਾਲ ਨਹੀਂ ਦੇਖ ਸਕਦੇ। ਮਸਲਨ ਮੇਰਾ ਆਸਮਾਨ ਹਰੀ ਮਖਮਲ ਹੈ ਤੇ ਉਸ ਉੱਤੇ ਚੌਲਾਂ ਦੇ ਦਾਣੇ ਖਿੰਡੇ ਪਏ ਨੇ। ਮੇਰੇ ਪਿੰਡ ਦੀ ਕੰਧ ਮਾਰਖੁੰਡੀ ਮੱਝ ਵਾਂਗ ਝਾਕਦੀ ਹੈ। ਮੁਟਿਆਰ ਦੇ ਘੜੇ ਨੇ ਲਿਪਸਟਿਕ ਲਾਈ ਹੋਈ ਹੈ। ਮੇਰੇ ਪਿੰਡ ਦੀ ਕੁੱਬੀ ਬੇਰੀ ਇਉਂ ਹੈ ਜਿਵੇਂ ਊਠਣੀ ਬੈਠੀ ਹੋਵੇ। ਬਸ ਇਹੋ ਕਵਿਤਾ ਹੈ। ਮੈਂ ਪੁੱਛਿਆ, ਤੂੰ ਪਰਚਾ ਕੱਢਦਾ ਹੈ ਜੋ ਮਸਾਂ 500 ਵਿਕਦਾ ਹੈ? ਤੇਰਾ ਖਰਚ ਕਿਵੇਂ ਚੱਲਦਾ ਹੈ? ਉਹ ਬੋਲਿਆ, ਮੇਰਾ ਪਰਚਾ ਇੰਦਰਾ ਗਾਂਧੀ ਉੱਤੇ ਹਮਲਾ ਨਹੀਂ ਕਰਦਾ। ਇਹ ਗੱਲ ਮੈਂ ਵਿਦੇਸ਼ੀ ਅਖਬਾਰਾਂ ਤੇ ਟਾਈਮਜ਼ ਆਫ ਇੰਡੀਆ ਲਈ ਛੱਡੀ ਹੈ। ਉਹ ਉਸ ਨੂੰ ਇੱਟਾਂ ਪੱਥਰ ਮਾਰਨ। ਇੰਦਰਾ ਗਾਂਧੀ ਤਾਂ ਹਵਾਈ ਜਹਾਜ਼ ਹੈ। ਜੇ ਮੈਂ ਪੱਥਰ ਮਾਰਾਂ ਤਾਂ ਉਸ ਨੂੰ ਨਹੀਂ ਵੱਜਣਾ, ਸਗੋਂ ਮੇਰੇ ਸਿਰ ਤੇ ਵਾਪਸ ਆ ਵੱਜੇਗਾ। ਮੈਂ ਲੋਕਾਂ ਨੂੰ ਕਰਾਰੀਆਂ ਚਪੇੜਾਂ ਲਾਉਣਾ ਚਾਹੁੰਦਾ ਹਾਂ। ਮੇਰੀ ਮਾਰ ਵਿੱਚ ਤਾਂ ਸਿਰਫ ਦਿੱਲੀ ਦੇ ਠੇਕੇਦਾਰ ਤੇ ਜਥੇਦਾਰ ਤੇ ਕਰਪਟ ਬਿਜ਼ਨਸਮੈਨ ਹੀ ਆਉਂਦੇ ਨੇ। ਮੈਂ ਇਹਨਾਂ ਦੇ ਪਾਜ ਉਘੇੜਦਾ ਹਾਂ, ਇਹਨਾਂ ਦੀਆਂ ਕਰਪਸ਼ਨ ਨੂੰ ਨੰਗੀਆਂ ਕਰਦਾ ਹਾਂ, ਇਹਨਾਂ ਨੂੰ ਧਮਕਾਉਂਦਾ ਹਾਂ। ਬਸ ਇਹੋ ਲੋਕ ਮੈਨੂੰ ਪੈਸੇ ਦਿੰਦੇ ਹਨ। ਇਸੇ ਤਰ੍ਹਾਂ ਆਪਣਾ ਖਰਚ ਵਰਚ ਚੱਲਦਾ ਰਹਿੰਦਾ ਹੈ। ਫਿਰ ਮੈਂ ਕਵਿਤਾ ਲਿਖਦਾ ਹਾਂ। ਉਮਾ ਵਾਸੁਦੇਵ ਦਾ ਅੰਗਰੇਜ਼ੀ ਮੈਗਜ਼ੀਨ ਸਰਜ ਕਦੇ-ਕਦੇ ਨਿਕਲਦਾ ਸੀ, ਉਸ ਦੀ ਮਰਜ਼ੀ ਤੇ ਮੂਡ ਦੇ ਮੁਤਾਬਕ। ਉਮਾ ਉਹਨਾਂ ਖੂਬਸੂਰਤ ਔਰਤਾਂ ਵਿੱਚੋਂ ਸੀ ਜੋ ਮਰਦਾਂ ਨੂੰ ਕੀ ਲੈਂਦੀਆਂ ਸਨ, ਪਰ ਖੁਦ ਨਿਰਲੇਪ ਰਹਿੰਦੀਆਂ ਸਨ। ਉਹ ਇੱਕ ਪ੍ਰਕਾਰ ਦੀ ਵਿਸ਼ ਸੁੰਦਰੀ ਸੀ ਤੇ ਉਸ ਦੀਆਂ ਅੱਖਾਂ ਵਿੱਚ ਅਜੀਬ ਕਸ਼ਿਸ਼। ਉਹ ਆਪਣੀ ਦਰਬਾਰ ਕਾਫੀ ਹਾਊਸ ਵਿੱਚ ਹੀ ਲਾਉਂਦੀ ਤੇ ਇੱਥੇ ਆਪਣੇ ਦੋਸਤਾਂ ਨਾਲ ਸਿਆਸਤ, ਸੰਗੀਤ, ਸਾਹਿਤ, ਫਿਲਮ ਅਤੇ ਸਕੈਂਡਲ ਬਾਰੇ ਗੱਲਾਂ ਕਰਦੀ। ਉਹ ਮੁਸਲਮਾਨ ਸੰਗੀਤਕਾਰਾਂ ਨੂੰ ਮਿਲਣ ਖਾਤਰ ਪੁਰਾਣੀ ਦਿੱਲੀ ਦੀਆਂ ਭੀੜੀਆਂ ਗਲੀਆਂ ਵਿੱਚੋਂ ਦੀ ਲੰਘਦੀ ਹੋਈ ਉਹਨਾਂ ਦੇ ਘਰਾਂ ਜਾਂਦੀ, ਫਿਰ ਕਮਾਨੀ ਥੀਏਟਰ ਵਿੱਚ ਕਿਸੇ ਨਰਤਕੀ ਦਾ ਨਾਚ ਦੇਖਣ ਪਹੁੰਚਦੀ, ਫਿਰ ਕਿਤੇ ਢਾਬੇ ਉੱਤੋਂ ਪਤੀਲੇ ਵਿੱਚ ਉਬਲਦੀ ਹੋਈ ਚਾਹ ਦਾ ਗਲਾਸ ਪੀਂਦੀ, ਰਾਤ ਨੂੰ ਫੈਸ਼ਨੇਬਲ 5 ਸਟਾਰ ਹੋਟਲ ਅਸ਼ੋਕਾ ਜਾਂ ਇੰਟਰਕਾਂਟੀਨੈਂਟਲ ਹੋਟਲ ਵਿੱਚ ਕੌਫੀ ਪੀਂਦੀ ਤੇ ਫਿਰ ਆਪਣੇ ਖੂਬਸੂਰਤ ਅਪਾਰਟਮੈਂਟ ਵਿੱਚ ਮੁੜਦੀ। ਉਸ ਨੂੰ ਲੋਕਾਂ ਨੂੰ ਦੇਖਣ ਤੇ ਆਪਣੇ ਹੁਸਨ ਦਾ ਜਿਲਵਾ ਵਿਖਾਉਣ ਦਾ ਚਾਅ ਸੀ। ਉਹ ਬਹੁ-ਰੂਪੀ ਸੁੰਦਰੀ ਸੀ ਜੋ ਇੱਕੋ ਸਮੇਂ 4-5 ਥਾਵਾਂ ਉੱਤੇ ਪ੍ਰਗਟ ਹੋ ਜਾਂਦੀ ਤੇ ਇੱਕੋ ਸਮੇਂ ਕਈ ਸਮਾਗਮਾਂ ਤੇ ਮਹਿਫਲਾਂ ਦੀ ਸ਼ਾਮ ਬਣਦੀ। ਮੈਂ ਉਸ ਨੂੰ ਆਖਿਆ, ਤੂੰ ਇਸ ਕਾਫੀ ਹਾਊਸ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ। ਉਹ ਬੋਲੀ, ਮੈਂ ਜ਼ਿੰਦਗੀ ਦਾ ਇੱਕ ਪਲ ਵੀ ਬਰਬਾਦ ਨਹੀਂ ਕੀਤਾ। ਜ਼ਿੰਦਗੀ ਕੀ ਹੈ? ਤੁਸੀਂ ਇਸ ਨੂੰ ਬੈਂਕ ਦੇ ਲਾਕਰ ਵਿੱਚ ਨਹੀਂ ਰੱਖ ਸਕਦੇ। ਇਹ ਤੁਰੀ ਜਾ ਰਹੀ ਹੈ, ਖਰਚ ਹੋ ਰਹੀ ਹੈ। ਤੁਸੀਂ ਇਸ ਨੂੰ ਜਮ੍ਹਾਂ ਕਰਕੇ ਇਸ ਦਾ ਸੂਦ ਨਹੀਂ ਖਾ ਸਕਦੇ। ਉਹ ਕਈ ਵਾਰ ਮਰਦ ਦੀ ਖੁਰਦਗਰਜੀ ਅਤੇ ਉਸ ਦੇ ਜ਼ੁਲਮ ਦਾ ਜ਼ਿਕਰ ਕਰਦੀ, ਉਸ ਦੀ ਲਾਲਸਾ ਤੇ ਭੁੱਖ ਦਾ, ਤੇ ਫਿਰ ਇਸ ਦੇ ਖਿਲਾਫ ਬੋਲਦੀ। ਉਹ ਪੰਜਾਬੀ ਜ਼ੁਬਾਨ ਦੀ ਸ਼ਕਤੀ ਨੂੰ ਮਹਿਸੂਸ ਕਰਦੀ ਤੇ ਕਈ ਵਾਰ ਆਹਾਂ ਭਰਦੀ ਕਿ ਉਸਨੇ ਪੰਜਾਬੀ ਪੜ੍ਹਨੀ ਤੇ ਲਿਖਣੀ ਕਿਉਂ ਨਹੀਂ ਸਿੱਖੀ। ਮੈਂ ਆਖਿਆ, ਮੈਂ ਪੰਜਾਬੀ ਵਿੱਚ 30 ਸਾਲਾਂ ਤੋਂ ਲਿਖ ਰਿਹਾ ਹਾਂ। ਤੂੰ ਮੇਰੀ ਕੋਈ ਕਿਤਾਬ ਨਹੀਂ ਪੜ੍ਹੀ। ਮੈਂ ਸ਼ਰਤ ਲਾਉਂਦਾ ਹਾਂ ਕਿ ਮੇਰੇ ਬਹੁਤੇ ਪੰਜਾਬੀ ਦੋਸਤਾਂ ਨੇ ਮੇਰੀ ਕੋਈ ਕਿਤਾਬ ਨਹੀਂ ਪੜ੍ਹੀ। ਉਹ ਪੰਜਾਬੀ ਦੀ ਗੱਲ ਕਰਦੇ ਹਨ, ਪੰਜਾਬੀ ਦੇ ਹੱਕ ਵਿੱਚ ਬੋਲਦੇ ਹਨ, ਪਰ ਉਹਨਾਂ ਦੇ ਘਰ ਪੰਜਾਬੀ ਦੀ ਕੋਈ ਕਿਤਾਬ ਨਹੀਂ ਹੁੰਦੀ। ਉਹ ਬਿਨਾਂ ਪੜ੍ਹੇ ਹੀ ਮੇਰੀ ਤਾਰੀਫ ਕਰਦੇ ਹਨ। ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਕਿੰਨਾ ਫਿੱਕਾ ਤੇ ਖੋਖਲਾ ਹਾਂ। ਮੈਂ ਨਿਰਾ ਝੂਠ ਹਾਂ, ਨਿਰੀ ਬਕਵਾਸ। ਤੂੰ ਇਹੋ ਜਿਹੀਆਂ ਗੱਲਾਂ ਕਿਵੇਂ ਆਖ ਸਕਦਾ ਹੈ? ਕਾਸ਼ ਮੈਨੂੰ ਪੰਜਾਬੀ ਆਉਂਦੀ ਹੁੰਦੀ ਤੇਰੇ ਵਰਗੀ। ਇਹ ਜ਼ੁਬਾਨ ਜਿਸ ਵਿੱਚ ਰਸ ਹੈ, ਅੱਗ ਹੈ, ਖੁਰਦਰੀ ਸ਼ਕਤੀ ਹੈ, ਪਿੰਡਾਂ ਦੀ ਜ਼ੁਬਾਨ, ਖੂਨ ਦੇ ਪਿਆਰ ਦਾ ਜ਼ਬਾਨ। ਤੇਰਾ ਨਾਂ ਜਿੰਦਾ ਰਹੇਗਾ ਸਾਹਿਤ ਵਿੱਚ, ਤੇ ਮੇਰੇ ਵਰਗੇ ਜੋ ਅੰਗਰੇਜ਼ੀ ਵਿੱਚ ਲਿਖਦੇ ਹਨ ਉਹ ਮਰ ਮਿਟ ਜਾਣਗੇ। ਉਸ ਦੇ ਇਸ ਲੈਕਚਰ ਤੋਂ ਮੈਨੂੰ ਚਿੜ ਹੋ ਗਈ। ਹਰ ਕੋਈ ਪੰਜਾਬੀ ਜ਼ੁਬਾਨ ਨੂੰ ਉੱਪਰਲੀ ਸ਼ਰਧਾਂਜਲੀ ਪੇਸ਼ ਕਰਕੇ ਅੰਗਰੇਜ਼ੀ ਵਿੱਚ ਹੀ ਆਪਣੀ ਹੋਣੀ ਲੋਚਦਾ। ਪੰਜਾਬੀ ਦਾ ਖੇਤਰ ਸੀਮਤ ਸੀ, ਪੜ੍ਹਨ ਵਾਲੇ ਥੋੜ੍ਹੇ ਤੇ ਗੱਲਾਂ ਕਰਨ ਵਾਲੇ ਬਹੁਤੇ। ਮੈਂ ਅੰਗਰੇਜ਼ੀ ਵਿੱਚ ਨਾਵਲ ਲਿਖ ਕੇ ਵੱਡੀ ਦੁਨੀਆ ਤੱਕ ਪਹੁੰਚਣਾ ਚਾਹੁੰਦਾ ਸਾਂ, ਪਰ ਮੇਰੇ ਅੰਗਰੇਜ਼ੀ ਸੱਭਿਅਤਾ ਵਿੱਚ ਰੰਗੇ ਦੋਸਤ ਹਮੇਸ਼ਾ ਪੰਜਾਬੀ ਜ਼ੁਬਾਨ ਦਾ ਪੱਖ ਪੂਰਦੇ। ਮੈਂ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਇੱਕ ਜਵਾਨ ਤੀਵੀਂ ਨੂੰ ਲੋਕ ਕਿਸੇ ਗੁਫਾ ਵਿੱਚ ਧੱਕ ਕੇ ਉਸ ਦਾ ਮੂੰਹ ਬੰਦ ਕਰ ਦੇਣ ਤੇ ਆਪ ਬਾਹਰ ਹੱਸਣ ਖੇਡਣ ਤੇ ਸ਼ਰਾਬ ਪੀਣ। ਮੈਂ ਉਹਨਾਂ ਦੇ ਭਾਸ਼ਣਾਂ ਤੋਂ ਨਫ਼ਰਤ ਕਰਨ ਲੱਗ ਪਿਆ। ਮੈਂ ਆਪਣੇ ਆਪ ਨੂੰ ਦੇਸ਼ ਨਿਕਾਲਾ ਦੇ ਕੇ ਆਪਣਾ ਪੁੱਠਾ ਰੂਪ ਦੇਖਣਾ ਚਾਹੁੰਦਾ ਸਾਂ। ਆਪਣੀ ਸੋਚ ਨੂੰ ਪੁੱਠਾ ਟੰਗ ਕੇ ਕੋਈ ਵੈਸ਼ੀ ਰੰਗ ਦੇਖਣਾ ਚਾਹੁੰਦਾ ਸਾਂ। ਕੋਈ ਇਹੋ ਜਿਹਾ ਪੜਾਕਾ ਪਏ ਕਿ ਮੇਰੇ ਦਿਮਾਗ ਦੇ ਸਾਰੇ ਪਰਜੇ ਉੱਡ ਜਾਣ। ਉਮਾ ਅਕਸਰ ਮੇਰੀ ਗੱਲ ਦਾ ਵਿਰੋਧ ਕਰਕੇ ਦੂਜੇ ਪਾਸੇ ਦੀ ਗੱਲ ਕਰਦੀ। ਮੈਂ ਬਹਿਸ ਕਰਦਾ, ਦਲੀਲਾਂ ਦਿੰਦਾ ਤੇ ਜੋਸ਼ ਵਿੱਚ ਉਹ ਗੱਲਾਂ ਆਖ ਦਿੰਦਾ ਜੋ ਮੈਨੂੰ ਖੁਦ ਹੈਰਾਨ ਕਰ ਦਿੰਦੀਆਂ। ਉਹ ਇੱਕ ਅਜਿਹਾ ਸ਼ੀਸ਼ਾ ਬਣ ਜਾਂਦੀ ਜਿਸ ਵਿੱਚ ਹਰ ਚੀਜ਼ ਟੇਢੀ ਅਤੇ ਪੁੱਠੀ ਦਿਸਦੀ।
इस शीशे ਵਿੱਚ ਮੈਨੂੰ ਆਪਣਾ ਪੁੱਠਾ ਚਿਹਰਾ ਤੇ ਲੰਮੇ ਦੰਦ ਦਿਸਦੇ। ਮੈਂ ਆਪਣੇ ਸਹਿ ਪ੍ਰਤੀਬਿੰਬ ਦੀ ਤਲਾਸ਼ ਵਿੱਚ ਸਾਂ। ਜ਼ਿੰਦਗੀ ਤੁਰਦੀ ਗਈ ਤੇ 6 ਮਹੀਨੇ ਲੰਘ ਗਏ। ਇੱਕ ਦਿਨ ਜੀਨੀ ਨੇ ਆਖਿਆ, ਮੈਂ ਤੈਨੂੰ ਕਦੇ ਲਿਖਦੇ ਨਹੀਂ ਦੇਖਿਆ, ਨਾ ਕਦੇ ਕੋਈ ਕਿਤਾਬ ਪੜ੍ਹਦੇ। ਮੈਂ ਹੈਰਾਨ ਹਾਂ ਕਿ ਨਾ ਹੀ ਸਾਡੇ ਕੋਲ ਕੋਈ ਕੰਮ ਹੈ। ਮੈਨੂੰ ਵੀ ਕੋਈ ਨੌਕਰੀ ਕਰਨੀ ਚਾਹੀਦੀ ਹੈ, ਪਰ ਇੱਥੇ ਬਹੁਤ ਥੋੜ੍ਹੀ ਤਨਖਾਹ ਮਿਲਦੀ ਹੈ। ਜੇ ਮੈਂ ਬਤੌਰ ਟਾਈਪਿਸਟ ਕੰਮ ਕਰਾਂ ਤਾਂ ਕਿੰਨੇ ਪੈਸੇ? ਮਸਾਂ $60 ਮਹੀਨੇ ਦੇ। ਬਹੁਤ ਥੋੜ੍ਹੀ ਤਨਖਾਹ। ਸਾਡੇ ਦੋਸਤ ਸਮਝਦੇ ਹਨ ਕਿ ਸਾਡੇ ਕੋਲ ਪੈਸਾ ਹੈ। ਜਦੋਂ ਅਸੀਂ ਆਖਦੇ ਹਾਂ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਤਾਂ ਉਹ ਯਕੀਨ ਨਹੀਂ ਕਰਦੇ। ਮੇਰਾ ਖਿਆਲ ਹੈ ਕਿ ਸਾਰਾ ਕਸੂਰ ਇਸ ਮਲੱਠੀ ਰੰਗੇ ਫਰਿੱਜ ਦਾ ਹੈ, ਜਿਸ ਨੂੰ ਦੇਖ ਕੇ ਲੋਕ ਸਮਝਦੇ ਹਨ ਕਿ ਅਸੀਂ ਅਮੀਰ ਹਾਂ। ਮੈਂ ਪੰਜਾਬੀ ਵਿੱਚ ਕੁਝ ਲੇਖ ਲਿਖੇ ਅਤੇ ਪੰਜਾਬੀ ਮੈਗਜ਼ੀਨਾਂ ਨੂੰ ਭੇਜੇ। ਇਸ ਦਾ ਅਰਥ ਇਹ ਸੀ ਕਿ ਮੈਂ ਲਿਖ ਕੇ ਆਪਣੇ ਪੈਸੇ ਦੀਆਂ ਟਿਕਟਾਂ ਲਾ ਕੇ ਉਹਨਾਂ ਨੂੰ ਮਜਨੂਮ ਭੇਜ ਦਿੱਤੇ। ਉੱਧਰੋਂ ਕੋਈ ਪੈਸਾ ਨਹੀਂ, ਬਸ ਧਰਮ ਦੇ ਖਾਤੇ ਇੱਕ ਅੱਧਾ ਰੇਡੀਓ ਅਤੇ ਟੈਲੀਵਿਜ਼ਨ ਦਾ ਪ੍ਰੋਗਰਾਮ ਕੀਤਾ ਤਾਂ ਥੋੜ੍ਹੇ ਜਿਹੇ ਰੁਪਏ। ਮੈਂ ਕਈ ਲੋਕਾਂ ਨੂੰ ਮਿਲਿਆ ਤੇ ਆਖਿਆ ਕਿ ਮੈਨੂੰ ਨੌਕਰੀ ਦੀ ਲੋੜ ਹੈ। ਆਖਰ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਰਾ ਸੂਰਜਭਾਨ ਨੇ ਆਖਿਆ ਕਿ 1 ਸਾਲ ਲਈ ਉਹ ਚੰਡੀਗੜ੍ਹ ਆਪਣੀ ਯੂਨੀਵਰਸਿਟੀ ਵਿੱਚ ਮੈਨੂੰ ਬੁਲਾਉਣ ਲਈ ਤਿਆਰ ਹੈ। ਸੂਰਜਭਾਨ ਕੱਟੜ ਆਰੀਆ ਸਮਾਜੀ ਸੀ, ਪਰ ਉਸ ਵਿੱਚ ਪੁਰਾਣੇ ਅੰਗਰੇਜ਼ਾਂ ਦੇ ਵੇਲਿਆਂ ਦੇ ਕਈ ਗੁਣ ਸਨ। ਗੱਲ ਦਾ ਪੱਕਾ, ਭਾਵੇਂ ਉਹ ਨਿੱਤ ਸੰਧਿਆ ਕਰਦਾ ਤੇ ਵੇਦਾਂ ਅਨੁਸਾਰ ਹਵਨ ਯੱਗ ਦਾ ਹਾਮੀ ਸੀ, ਪਰ ਉਸਨੂੰ ਪੰਜਾਬੀ ਨਾਲ ਪਿਆਰ ਸੀ। ਉਸਨੇ ਮੈਨੂੰ ਬਤੌਰ ਪ੍ਰੋਫੈਸਰ ਬੁਲਾਇਆ। ਮੈਂ ਦਿੱਲੀ ਨਹੀਂ ਸਾਂ ਛੱਡਣਾ ਚਾਹੁੰਦਾ, ਭਾਵੇਂ ਮੈਨੂੰ ਲੋਕੜੀ ਦੀ ਨੌਰ ਸੀ। ਮੈਂ ਚਿੱਠੀ ਲਿਖ ਦਿੱਤੀ ਕਿ ਉਹ ਭਾਵੇਂ ਮੈਨੂੰ ਅੱਧੀ ਨੌਕਰੀ ਤੇ ਦੇਣ, 700 ਰੁਪਈਆ ਮਹੀਨਾ, ਤੇ ਮੈਂ ਪੂਰੇ ਸਾਲ ਦਾ ਕੰਮ 3 ਮਹੀਨਿਆਂ ਵਿੱਚ ਦੇਵਾਂਗਾ, ਪਰ ਕੈਂਪਸ ਵਿੱਚ ਆ ਕੇ ਪੱਕੇ ਤੌਰ ਤੇ ਨਹੀਂ ਰਹਿਣਾ ਚਾਹੁੰਦਾ। ਇਸ ਗੱਲ ਨੂੰ ਉਹ ਮਨਜ਼ੂਰ ਨਹੀਂ ਸੀ ਕਰ ਸਕਦਾ। ਉਹ ਇੱਕ ਦਿਨ ਸ਼ਾਮ ਨੂੰ 5 ਵਜੇ ਦਿੱਲੀ ਮੇਰੇ ਘਰ ਆਇਆ ਤੇ ਉਸਨੇ ਮੈਨੂੰ ਸਮਝਾਇਆ ਕਿ ਪੂਰੀ ਪ੍ਰੋਫੈਸਰੀ ਤਾਂ ਉਹ ਦੇ ਸਕਦਾ ਹੈ, ਪਰ ਅੱਧੀ ਪ੍ਰੋਫੈਸਰੀ ਨਹੀਂ, ਤੇ ਨਾ ਹੀ ਅੱਧੀ ਤਨਖਾਹ। ਮੈਨੂੰ ਉਸ ਵੇਲੇ ਇਹ ਨਹੀਂ ਸੀ ਪਤਾ ਕਿ ਵਾਈਸ ਚਾਂਸਲਰ ਬਹੁਤ ਵੱਡਾ ਹੁੰਦਾ ਹੈ ਤੇ ਇਸ ਤਰ੍ਹਾਂ ਦੀ ਨੌਕਰੀ ਦੇਣ ਕਿਸੇ ਦੇ ਘਰ ਨਹੀਂ ਜਾਂਦਾ। ਮੇਰੀ ਜ਼ਰੂਰਤ ਬਹੁਤ ਜ਼ਿਆਦਾ ਸੀ। ਮੈਂ ਉਸਦਾ ਸ਼ੁਕਰੀਆ ਕੀਤਾ। ਮੈਂ ਇਹ ਨੌਕਰੀ ਮਨਜ਼ੂਰ ਕਰ ਲਈ। ਮੇਰੇ ਦਿਲ ਨੂੰ ਦੁੱਖ ਹੋਇਆ ਇਹ ਸੋਚ ਕੇ ਕਿ ਹੁਣ ਮੈਨੂੰ ਦਿੱਲੀ ਦਾ ਨਿੱਕਾ ਘਰ ਛੱਡਣਾ ਪਵੇਗਾ। ਇੱਥੋਂ ਦੇ ਦੋਸਤ, ਸਰਗਰਮੀਆਂ, ਕਲਾਤਮਕ ਜੱਦੋ-ਜਹਿਦ ਤੇ ਰਚਨ ਸ਼ਕਤੀ ਨਾਲ ਸੰਬੰਧਿਤ ਮਹਿਫਲਾਂ, ਜਿਨ੍ਹਾਂ ਦਾ ਮੈਂ ਆਦੀ ਸਾਂ। ਸਤੀਸ਼ ਗੁਜਰਾਲ ਦੇ ਘਰ ਮੇਰੇ ਤੇ ਜਿਨੀ ਲਈ ਅਲਵਿਦਾਈ ਪਾਰਟੀ ਕੀਤੀ। ਸਤੀਸ਼ ਵੱਡਾ ਅਮੀਰ ਪੇਂਟਰ ਸੀ। ਉਸਦੀਆਂ ਅੱਖਾਂ ਵਿੱਚ ਰਚਨ ਸ਼ਕਤੀ ਦੀ ਚਮਕ ਤੇ ਚਿਹਰੇ ਉੱਤੇ ਤਰਾਸ਼ੀ ਹੋਈ ਦਾੜੀ ਸੀ। ਉਹ ਬੱਜਰ ਬੋਲਾ ਸੀ। ਚਾਹੇ ਢੋਲ ਵੱਜਦੇ ਹੋਣ ਉਸਨੂੰ ਨਹੀਂ ਸੀ ਸੁਣਦੇ। ਉਹ 9 ਸਾਲ ਦਾ ਹੀ ਸੀ ਜਦੋਂ ਕਿਸੇ ਬਿਮਾਰੀ ਕਰਕੇ ਉਸਦੇ ਕੰਨ ਮਾਰੇ ਗਏ। ਉਹ ਆਪਣੇ ਦੋਸਤਾਂ ਤੇ ਘਰ ਵਾਲਿਆਂ ਨਾਲ ਗੱਲਾਂ ਕਰਦਾ ਤਾਂ ਉਹਨਾਂ ਦੇ ਹਿਲਦੇ ਬੁੱਲ੍ਹਾਂ ਤੇ ਚਿਹਰੇ ਦੇ ਭਾਵਾਂ ਨੂੰ ਪੜ੍ਹ ਕੇ ਗੱਲ ਸਮਝ ਜਾਂਦਾ। ਇਸ ਤਰ੍ਹਾਂ ਉਸਦੇ ਸੁਣਨ ਦੀ ਘਾਟ ਨੂੰ ਪੂਰਾ ਕੀਤਾ। ਉਸਨੇ ਆਰਟ ਸਕੂਲ ਵਿੱਚ ਤਾਲੀਮ ਹਾਸਲ ਕੀਤੀ ਤੇ 1947 ਵਿੱਚ ਦੇਸ਼ ਦੀ ਵੰਡ ਪਿੱਛੋਂ ਪੰਜਾਬ ਸਰਕਾਰ ਦੇ ਪਬਲਿਕ ਰਿਲੇਸ਼ਨਜ਼ ਡਿਪਾਰਟਮੈਂਟ ਵਿੱਚ ਇੱਕ ਡਿਜ਼ਾਈਨਰ ਦੇ ਤੌਰ ਤੇ ਭਰਤੀ ਹੋ ਗਿਆ। ਉਸਨੂੰ ਕਈ ਵਾਰ ਆਪਣੇ ਡਾਇਰੈਕਟਰ ਨੂੰ ਖੁਸ਼ ਕਰਨ ਲਈ ਭੈੜੇ ਡਿਜ਼ਾਈਨ ਬਣਾਉਣੇ ਪੈਂਦੇ, ਕਿਉਂਕਿ ਡਾਇਰੈਕਟਰ ਨੂੰ ਚੰਗੇ ਡਿਜ਼ਾਈਨਾਂ ਦੀ ਸਮਝ ਨਹੀਂ ਸੀ। 2 ਸਾਲਾਂ ਪਿੱਛੋਂ ਸਤੀਸ਼ ਨੂੰ ਪੰਜਾਬ ਸਰਕਾਰ ਨੇ ਨੌਕਰੀ ਤੋਂ ਕੱਢ ਦਿੱਤਾ, ਇਹ ਆਖ ਕੇ ਕਿ ਇਸ ਦੇ ਡਿਜ਼ਾਈਨ ਮੇਰੇ ਘੀਚ ਮਚੋਲੇ ਸਨ। ਉਹ ਬੇਰੁਜ਼ਗਾਰੀ ਦੀ ਹਾਲਤ ਵਿੱਚ ਦਿੱਲੀ ਆਇਆ ਤੇ ਆਪਣੇ ਵੱਡੇ ਭਰਾ ਇੰਦਰ ਗੁਜਰਾਲ ਕੋਲ ਇੱਕ ਕਮਰੇ ਵਿੱਚ ਰਹਿਣ ਲੱਗਾ। ਇੱਥੇ ਇਸ ਨੇ ਦੇਸ਼ ਦੀ ਵੰਡ ਦੇ ਵਿਸ਼ੇ ਉੱਤੇ ਪੰਜਾਬ ਦੇ ਭਿਆਨਕ ਤੇ ਦੁਖਦਾਈ ਦ੍ਰਿਸ਼ ਪੇਂਟ ਕੀਤੇ। ਪੀੜਤ ਚਿਹਰੇ, ਲਾਟਾਂ ਛੱਡਦੇ ਚੌੜੇ ਨੱਕ, ਬੁਖਾਲਾਂ ਵਰਗੀਆਂ ਛਾਤੀਆਂ, ਰੋਂਦੀਆਂ ਹੋਈਆਂ ਤੀਵੀਆਂ, ਜੰਗਲੀ ਦਰਿੰਦਿਆਂ ਵਰਗੇ ਹੱਥ, ਭਖਦੇ ਹੋਏ ਲਾਲ, ਕਾਲੇ ਤੇ ਚਿੱਟੇ ਰੰਗਾਂ ਦੇ ਪੋਚੇ ਜੋ ਉਸਦੇ ਪਾਤਰਾਂ ਦੁੱਖ ਤੇ ਕਰਤੂਤਾਂ ਦਿਖਾਉਂਦੇ ਸਨ। ਉਸਦਾ ਕੰਮ ਮੈਕਸੀਕੋ ਦੇ ਕਲਚਰਲ ਕਾਉਂਸਲਰ ਨੂੰ ਪਸੰਦ ਆਇਆ ਤੇ ਉਸਨੇ ਸਤੀਸ਼ ਨੂੰ ਵਜ਼ੀਫਾ ਦੇ ਕੇ ਮੈਕਸੀਕੋ ਭੇਜ ਦਿੱਤਾ। ਉੱਥੇ ਉਹ 2 ਸਾਲ ਦੁਨੀਆ ਦੇ ਪ੍ਰਸਿੱਧ ਅਤੇ ਮਹਾਨ ਆਰਟਿਸਟ ਸਕੀਰੋ ਤੇ ਰਵੀਰਾ ਦੀ ਸ਼ਾਗਿਰਦੀ ਵਿੱਚ ਰਿਹਾ ਤੇ ਆਪਣੀ ਕਲਾ ਨੂੰ ਪਕਾ ਕੇ ਦਿੱਲੀ ਮੁੜਿਆ। ਇੰਦਰਾ ਗਾਂਧੀ ਨੇ ਵੀ ਉਸਨੂੰ ਇੱਕ ਪੋਰਟਰੇਟ ਬਣਾਉਣ ਲਈ ਆਖਿਆ। ਉਸਨੇ ਇੰਦਰਾ ਗਾਂਧੀ ਦੀ ਤਸਵੀਰ ਬਣਾਈ। ਸੰਦਲੀ ਚਿਹਰਾ, ਵੱਡੀਆਂ ਉਦਾਸ ਅੱਖਾਂ ਤੇ ਲੰਮੀਆਂ ਸੰਦਲੀ ਉਂਗਲਾਂ ਜਿਸ ਵਿੱਚ ਉਸਨੇ ਸਾੜੀ ਦਾ ਪੱਲਾ ਫੜਿਆ ਹੋਇਆ ਸੀ। ਪੰਡਿਤ ਨਹਿਰੂ ਨੇ ਵੀ ਉਸਨੂੰ ਇੱਕ ਪੋਰਟਰੇਟ ਬਣਵਾਈ। ਬੇਹੱਦ ਮਸ਼ਰੂਫ ਹੋਣ ਦੇ ਬਾਵਜੂਦ ਪੰਡਿਤ ਨਹਿਰੂ ਸਤੀਸ਼ ਲਈ 3-4 ਵਾਰ ਬੈਠੇ ਸਨ ਤਾਂ ਜੋ ਉਹ ਉਹਨਾਂ ਦੀ ਪੇਂਟਿੰਗ ਬਣਾ ਸਕੇ। ਸਤੀਸ਼ ਦੀ ਸ਼ੋਹਰਤ ਫੈਲ ਗਈ। ਉਸਨੇ ਇੱਕ 19 ਸਾਲ ਦੀ ਖੂਬਸੂਰਤ ਕੁੜੀ ਕਿਰਨ ਨਾਲ ਵਿਆਹ ਕਰ ਲਿਆ। ਕਿਰਨ ਦਾ ਬਾਪ ਇੱਕ ਮਸ਼ਹੂਰ ਅਮੀਰ ਡਾਕਟਰ ਸੀ ਤੇ ਉਸਨੇ ਆਪਣੀ ਧੀ ਨੂੰ ਧਮਕੀ ਦਿੱਤੀ ਕਿ ਜੇ ਉਸਨੇ ਇਸ ਦਾੜੀ ਵਾਲੇ ਬੋਲੇ ਕੁੱਕੜ ਨਾਲ ਵਿਆਹ ਕੀਤਾ ਤਾਂ ਉਹ ਸਾਰੀ ਉਮਰ ਇਸ ਨਾਲ ਗੱਲ ਨਹੀਂ ਕਰੇਗਾ।
पर किरण ने जो खुद एक सोहनी पेंटर सी अपने बाप ਦੀਆਂ ਧਮਕੀਆਂ ਦੀ परवाह ना ਕੀਤੀ। थोड़े सालों ਵਿੱਚ ही सतीश म्यूरल मतलब कंध चित्र बनाउण लगा ते उसने दिल्ली ਵਿੱਚ 3-4 ਵੱਡੇ खूबसूरत म्यूरल बनाए जिन्हां दा अखबारां दे ਵਿੱਚ चर्चा होया। सतीश ਦੀ शोहरत फैलदी गई। उसने यूरोप अरब देशां ते न्यूयॉर्क ਵਿੱਚ ਲੱਖਾਂ रुपए ਦੇ म्यूरल बनाए ਅਤੇ ਆਪਣੀ ਕਲਾ ਦਾ ਸਿੱਕਾ ਮਨਵਾਇਆ। ਅਸੀਂ सतीश ਦੀ डिनर पार्टी ਵਿੱਚ 10 जने ਸਾਂ। 2 पतले लम्मे पेंटर, एक नौजवान आर्कीटैक्ट ते उसदी यूरोपीयन बीवी उमा वासुदेव, फिल्म आलोचक बिंदु बत्रा, आर्ट टीचर बिशंबर ते मैं ते जीनी ते स्टेज एक्ट्रेस जय श्री। सारे जने सिगरटां ते शराब पी रहे सन। फिर सतीश ते जीनी नींबू पानी। ਅਸੀਂ ਹਮੇਸ਼ਾ ਸਤੀਸ਼ ਦੀਆਂ ਗੱਲਾਂ ਦਾ ਆਨੰਦ ਮਾਣਦੇ। ਉਹ ਅਕਸਰ ਸੈਕਸ ਬਾਰੇ, ਆਰਟ ਬਾਰੇ ਤੇ ਸਿਆਸੀ ਤੇ ਸਮਾਜਿਕ ਸਾਜ਼ਿਸ਼ਾਂ ਦੀਆਂ ਕਹਾਣੀਆਂ ਸੁਣਾਉਂਦਾ। ਇਹਨਾਂ ਵਿੱਚ ਲੋਹੜੇ ਦਾ ਮਖੌਲ, ਠੱਠਾ ਤੇ ਸੂਝ ਹੁੰਦੀ। ਉਹ ਜੋਸ਼ ਵਿੱਚ ਭੜਕ ਕੇ ਬੋਲਦਾ, ਜਿਸ ਨਾਲ ਉਸਦਾ ਚਿਹਰਾ ਆਦਿ ਮਨੁੱਖ ਦਾ ਰੂਪ ਧਾਰਨ ਕਰ ਲੈਂਦਾ ਤੇ ਉਸ ਦਾ ਮੂੰਹ ਇੱਕ ਦਹਿਕਦੀ ਹੋਈ ਗੁਫਾ ਵਰਗਾ ਲੱਗਦਾ। ਉਹ ਬੋਲਿਆ, ਆਰਟ ਦੀ ਦੁਨੀਆ ਵਿੱਚ ਸਾਜ਼ਿਸ਼ ਹੈ, ਇੱਕ ਘੋਰ ષੜਯੰਤਰ। ਆਰਟਿਸਟ ਨੂੰ ਤਾਂ ਬਲਾਊ ਵਾਂਗ ਚਲਾਕ ਹੋਣਾ ਚਾਹੀਦਾ ਹੈ, ਜੋ ਪਾਣੀ ਤੇ ਖੁਸ਼ਕੀ ਵਿੱਚ ਬਰਾਬਰ ਰਹਿ ਸਕੇ। ਜੈ ਸ਼੍ਰੀ ਮਾਰਟੀਨੀ ਦੀਆਂ ਘੁੱਟਾਂ ਭਰ ਰਹੀ ਸੀ ਤੇ ਇੱਕ ਲੰਬਾ ਸਿਗਾਰ ਪੀ ਰਹੀ ਸੀ। ਉਹ ਅਕਸਰ ਦੂਤਾਵਾਸਾਂ ਦੀਆਂ ਪਾਰਟੀਆਂ ਵਿੱਚ ਜਾਂਦੀ, ਸ਼ਰਾਬ ਪੀਂਦੀ ਅਤੇ ਖੁੱਲ੍ਹਾ ਹਾਸਾ ਹੱਸਦੀ। ਉਸਦੇ ਦਰਾਵੜ ਨਸਲ ਦੇ ਬੁੱਲ ਅਤੇ ਭਰਵੀਆਂ ਛਾਤੀਆਂ ਕਿਸੇ ਗੁਫਾ ਦੀ ਮੂਰਤੀ ਨੂੰ ਧੋਖਾ ਦੇ ਦਿੰਦੀਆਂ ਸਨ। ਡੂੰਘੀ ਸੈਕਸੀ ਆਵਾਜ਼ ਵਿੱਚ ਉਹ ਬੁਰਜ਼ੂਆ ਆਰਟ ਅਤੇ ਪੂੰਜੀਵਾਦੀ ਸਮਾਜ ਨੂੰ ਭੰਡਦੀ ਅਤੇ ਖੱਬੇ ਪੱਖੀ ਆਰਟ ਤੇ ਨਕਸਲਵਾਦੀਆਂ ਦੀ ਤਾਰੀਫ ਕਰਦੀ। ਉਸਨੇ ਸ਼ਿਗਾਰ ਦਾ ਕੱਚ ਖਿੱਚਿਆ ਤੇ ਧੂਏ ਦਾ ਬੱਦਲ ਛੱਡਦੀ ਹੋਈ ਨੇ ਸਤੀਸ਼ ਦੀ ਬਾਂਹ ਫੜ ਲਈ। ਤੂੰ ਮੈਨੂੰ ਆਪਣੀ ਉਹ ਪੈਂਟਿੰਗ ਕਿਉਂ ਨਹੀਂ ਦੇ ਦਿੰਦਾ? ਕੰਧ ਉੱਤੇ ਲਟਕੀ ਪੇਂਟਿੰਗ ਵਿੱਚ ਤਾਂਤਰਿਕ ਚਿੰਨ੍ਹ ਸਨ, ਜਿਸ ਵਿੱਚ 3 ਪੱਖਾ ਪ੍ਰਭਾਵ ਪਾਉਣ ਲਈ ਸਤੀਸ਼ ਨੇ ਕੈਨਵਸ ਉੱਤੇ ਰੰਗਾਂ ਨੂੰ ਬਰਾਂਦੇ ਦੇ ਸਣ ਤੇ ਰੇਸ਼ਿਆਂ ਨਾਲ ਗੁੰਨਿਆ ਸੀ ਅਤੇ ਇਸ ਵਿੱਚ ਗਾਰਾ ਅਤੇ ਗੂੰਦ ਅਤੇ ਬਰੋਜ਼ਾ ਮਿਲਾ ਦਿੱਤਾ ਸੀ। ਕਿਤੇ ਕਿਤੇ ਸੰਧੂਰੀ ਰੰਗ ਚਮਕਦਾ ਸੀ, ਜਿਵੇਂ ਕਿ ਕੋਈ ਖੂਨੀ ਘਟਨਾ ਹੋਵੇ। ਉਹ ਬੋਲਿਆ, ਕਿਉਂ ਦਵਾਂ ਤੈਨੂੰ ਮੈਂ ਆਪਣੀ ਪੇਂਟਿੰਗ? ਤੂੰ ਮੈਨੂੰ ਕੀ ਦਿੱਤਾ ਹੈ? ਮੈਂ ਕਦੇ ਆਪਣੀ ਪੇਂਟਿੰਗ ਕਿਸੇ ਨੂੰ ਮੁਫਤ ਨਹੀਂ ਦਿੱਤੀ। ਆਪਣੀ ਕਲਾ ਨੂੰ ਮੁਫਤ ਦੇਣਾ ਤਾਂ ਇੱਕ ਰੰਡੀ ਦੇ ਕਿੱਤੇ ਤੋਂ ਵੀ ਭੈੜਾ ਕੰਮ ਹੈ। ਭਲਾ ਦੱਸ, ਮੇਰੇ ਦੋਸਤ ਮੇਰੀਆਂ ਪੇਂਟਿੰਗਾਂ ਕਿਉਂ ਨਹੀਂ ਖਰੀਦਦੇ? ਇਹਨਾਂ ਵਿੱਚੋਂ ਕਈਆਂ ਕੋਲ ਬੰਗਲੇ ਹਨ, ਮੋਟਰ ਕਾਰਾਂ ਹਨ, ਕੁੱਤੇ ਹਨ। ਉਹ ਆਪਣੇ ਡਰਾਇੰਗ ਰੂਮ ਨੂੰ ਬਦਸੂਰਤਾ ਸੋਫਿਆਂ, ਚਿਪਸ ਅਤੇ ਫਰਸ਼ ਦੇ ਮੋਟੇ ਕਲੀਨਾਂ ਨਾਲ ਸਜਾਉਣ ਵਿੱਚ ਲੱਖਾਂ ਰੁਪਏ ਖਰਚ ਦੇਣਗੇ, ਪਰ ਉਹ 2-4 ਹਜ਼ਾਰ ਰੁਪਇਆ ਲਾ ਕੇ ਪੇਂਟਿੰਗ ਨਹੀਂ ਖਰੀਦਦੇ। ਅਸੀਂ ਆਰਟਿਸਟ ਲੋਕ ਹਿੰਦੁਸਤਾਨੀ ਰੁਪਏ ਉੱਤੇ ਨਹੀਂ ਜਿੰਦਾ ਰਹਿੰਦੇ। ਬਾਹਰ ਦੇ ਲੋਕ ਸਾਡੀਆਂ ਪੇਂਟਿੰਗਾਂ ਖਰੀਦਦੇ ਹਨ ਅਤੇ ਅਸੀਂ ਉਸੇ ਉੱਤੇ ਜਿਉਂਦੇ ਹਾਂ। ਜਦੋਂ ਕੋਈ ਵਿਦੇਸ਼ੀ ਸਾਡੀਆਂ ਆਰਟ ਗੈਲਰੀਆਂ ਨੂੰ ਤੱਕਣ ਆਉਂਦਾ ਹੈ ਤੇ ਸਾਡੀ ਕੋਈ ਪੇਂਟਿੰਗ ਖਰੀਦ ਲੈਂਦਾ ਹੈ ਤਾਂ ਉਸ ਵੇਲੇ ਕੋਈ ਸਿਰ ਫਿਰਿਆ MP ਚੀਖ ਉੱਠਦਾ ਹੈ, ਸਾਡਾ ਆਰਟ ਬਾਹਰ ਕਿਉਂ ਜਾ ਰਿਹਾ ਹੈ? ਤੇ ਫਿਰ ਇੰਜੀਨੀਅਰਾਂ ਤੇ ਡਾਕਟਰਾਂ ਦੇ ਬਾਹਰ ਜਾਣ ਬਾਰੇ ਇਹੋ ਬਕਵਾਸ। ਸਾਡੇ ਸਿਆਸੀ ਨੇਤਾ ਸਿਰਫ ਸਪੀਚਾਂ ਝਾੜਨਾ ਜਾਣਦੇ ਹਨ। ਆਰਕੀਟੈਕਟ ਜੈ ਸ਼੍ਰੀ ਦੇ ਮੋਢੇ ਉੱਤੋਂ ਦੀ ਝੁਕ ਕੇ ਉਸਦੇ ਕੰਨ ਵਿੱਚ ਕੁਝ ਕਹਿ ਰਿਹਾ ਸੀ। ਸਤੀਸ਼ ਬੋਲਿਆ, ਉਹ ਆਖ ਰਿਹਾ ਹੈ ਕਿ ਤੂੰ ਖੂਬਸੂਰਤ ਹੈ, ਤੂੰ ਖੁਸ਼ ਨਹੀਂ ਹੋਈ। ਵਾਰਿਸ ਸ਼ਾਹ ਆਖਦਾ ਹੈ ਕਿ ਜਦੋਂ ਰਨ ਖੁਸ਼ ਹੁੰਦੀ ਹੈ ਤਾਂ। ਅਸੀਂ ਚੀਕਾਂ ਮਾਰ ਕੇ ਹੱਸਣ ਲੱਗੇ। ਜੈ ਸ਼੍ਰੀ ਨੂੰ ਵਾਰਿਸ ਸ਼ਾਹ ਦੀ ਗੱਲ ਦੀ ਸਮਝ ਨਾ ਪਈ। ਸਤੀਸ਼ ਬੋਲਿਆ, ਤੇਰੇ ਪੱਟ ਬੜੇ ਸੋਹਣੇ ਨੇ, ਬੜੇ ਤਕੜੇ। ਇਉਂ ਲੱਗਦਾ ਹੈ ਤੂੰ ਪੱਟਾਂ ਦੀ ਬਹੁਤ ਵਰਜਿਸ਼ ਕਰਦੀ ਹੈ। ਜੈ ਸ਼੍ਰੀ ਗੁੱਸੇ ਨਾਲ ਬੋਲੀ, ਬਕਵਾਸ ਨਾ ਕਰੀ ਜਾ, ਤੂੰ ਬੁਰਜਵਾ ਪੇਂਟਰ ਬਣ ਗਿਆ ਹੈ। ਭਲਾ ਦੱਸ, ਤੇਰੀਆਂ ਇਹਨਾਂ ਪੇਂਟਿੰਗਾਂ ਦਾ ਕੀ ਅਰਥ ਹੈ? ਇਹ ਸਾਡੇ ਲੋਕਾਂ ਦੇ ਜਜ਼ਬੇ ਨਹੀਂ ਦੱਸਦੀਆਂ, ਬਸ ਰੰਗਾਂ ਤੇ ਲੀਕਾਂ ਦੇ ਡਿਜ਼ਾਈਨ, ਨਿਰਾ ਸ਼ਿੰਗਾਰ। ਇਹਨਾਂ ਵਿੱਚ ਕੋਈ ਆਈਡੀਆ ਨਹੀਂ। ਸਤੀਸ਼ ਕੌੜੀ ਹਾਸੀ ਹੱਸਿਆ, ਬੋਲਿਆ, ਆਈਡੀਆ? ਕੀ ਹੁੰਦਾ ਹੈ ਆਈਡੀਆ? ਜੇ ਆਈਡੀਆ ਨਾਲ ਹੀ ਕਲਾ ਜਾਂਚੀ ਜਾਂਦੀ ਤਾਂ ਅਫਲਾਤੂਨ ਕਿਤੇ ਵੱਡਾ ਸ਼ਹਿਰ ਹੁੰਦਾ ਸ਼ੈਕਸਪੀਅਰ ਨਾਲੋਂ। ਵਾਨ ਗਾਗ ਨੇ ਪੁਰਾਣੇ ਜੁੱਤਿਆਂ ਦਾ ਜੋੜਾ ਪੇਂਟ ਕੀਤਾ ਤੇ ਉਸ ਨੂੰ ਮਰੀਅਮ ਦੇ ਚਿਹਰੇ ਨਾਲੋਂ ਜ਼ਿਆਦਾ ਪਵਿੱਤਰ ਬਣਾਇਆ। ਪਰ ਮੈਨੂੰ ਇਹੋ ਜਿਹੇ ਪੇਂਟਰਾਂ ਦਾ ਵੀ ਪਤਾ ਹੈ ਜੋ ਮਰੀਅਮ ਦਾ ਪਵਿੱਤਰ ਚਿਹਰਾ ਪੇਂਟ ਕਰਦੇ ਹਨ ਅਤੇ ਉਸ ਨੂੰ ਪੁਰਾਣੇ ਜੁੱਤਿਆਂ ਤੋਂ ਵੀ ਭੈੜਾ ਬਣਾ ਦਿੰਦੇ ਹਨ। ਤੂੰ ਆਪਣੇ ਮਾਰਕਸਵਾਦ ਨੂੰ ਆਪਣੇ ਕੋਲ ਰੱਖ। ਮੈਂ ਜਵਾਨੀ ਵੇਲੇ ਕਾਫੀ ਮਾਰਕਸਵਾਦ ਤੇ ਕਮਿਊਨਿਜ਼ਮ ਛਕ ਚੁੱਕਾ ਹਾਂ। ਮੈਨੂੰ ਕਈ ਸਾਲ ਲੱਗ ਗਏ ਹਨ ਇਸ ਗੱਲ ਨੂੰ ਜਾਣਨ ਲਈ ਕਿ ਮਹਾਨ ਕਲਾ ਇਸ ਵਿੱਚ ਨਹੀਂ ਹੁੰਦੀ ਕਿ ਖੂਬਸੂਰਤ ਚੀਜ਼ਾਂ ਨੂੰ ਪੇਂਟ ਕੀਤਾ ਜਾਵੇ, ਸਗੋਂ ਇਸ ਵਿੱਚ ਹੁੰਦੀ ਹੈ ਕਿ ਆਮ ਚੀਜ਼ਾਂ ਨੂੰ ਖੂਬਸੂਰਤੀ ਨਾਲ ਪੇਂਟ ਕੀਤਾ ਜਾਵੇ। ਤਾਕਤ ਆਈਡੀਆ ਵਿੱਚ ਨਹੀਂ ਹੁੰਦੀ, ਬੁਰਸ਼ ਵਿੱਚ ਹੁੰਦੀ ਹੈ। ਮੈਂ ਪੰਜਾਬ ਦੀ ਵੰਡ ਦੇ ਵਿਸ਼ੇ ਨੂੰ ਇਸ ਤਰ੍ਹਾਂ
ਇਸ ਲਈ ਨਹੀਂ ਚੁਣਿਆ ਕਿ ਮੈਨੂੰ ਕੋਈ ਜਾਤੀ ਦੁੱਖ ਸੀ ਜਾਂ ਮੈਂ ਇਸ ਘਟਨਾ ਤੋਂ ਵਧੇਰੇ ਝੰਜੋੜਿਆ ਗਿਆ। ਸਗੋਂ ਮੈਂ ਪੰਜਾਬ ਦੀ ਵੰਡ ਦਾ ਵਿਸ਼ਾ ਇਸ ਲਈ ਚੁਣਿਆ ਕਿ ਇਹ ਮੇਰੇ ਅੰਦਰ ਉਬਲਦੇ ਜਜ਼ਬਿਆਂ ਅਤੇ ਮਾਨਸਿਕ ਸੰਘਰਸ਼ ਦੇ ਪ੍ਰਦਰਸ਼ਨ ਲਈ ਸਭ ਤੋਂ ਬਿਹਤਰ ਵਿਸ਼ਾ ਸੀ। ਮੈਂ ਤੈਨੂੰ ਦੱਸ ਦੇਵਾਂ ਕਿ ਜੇ ਪੰਜਾਬ ਦੀ ਦੇਸ਼ ਵੰਡ ਨਾ ਹੁੰਦੀ ਤਾਂ ਸ਼ਾਇਦ ਆਪਣੀ ਕਲਾ ਦੀ ਪੂਰਤੀ ਲਈ ਇੱਕ ਕਾਲਪਿਤ ਦੇਸ਼ ਵੰਡ ਰਚ ਲੈਂਦਾ। ਇਹ ਮੇਰੇ ਲਈ ਬੁਰਸ਼ ਦੀ ਸ਼ਕਤੀ ਹੈ ਜੋ ਕਲਾ ਸਿਰਜਦੀ ਹੈ। ਆਈਡੀਆਜ਼ ਨਹੀਂ, ਜਜ਼ਬੇ ਨਹੀਂ, ਉਤਸ਼ਾਹ ਜਾਂ ਪ੍ਰੇਰਨਾ ਨਹੀਂ, ਬਸ ਸ਼ਕਤੀ, ਇੱਕ ਤਾਂਤਰਿਕ ਰਚਨ ਸ਼ਕਤੀ। ਇੱਕ ਲੇਡੀ ਨੇ ਪਿਕਾਸੋ ਨੂੰ ਆਖਿਆ, ਤੇਰੀ ਪੇਂਟਿੰਗ ਵਿੱਚ ਬੜੀ ਸ਼ਕਤੀ ਹੈ, ਤੂੰ ਕਿਸ ਤਰ੍ਹਾਂ ਪੇਂਟ ਕਰਦਾ ਹੈ? ਪਿਕਾਸੋ ਨੇ ਉੱਤਰ ਦਿੱਤਾ, ਮੈਡਮ ਮੈਂ ਬੁਰਸ਼ ਨਾਲ ਪੇਂਟ ਨਹੀਂ ਕਰਦਾ, ਮੈਂ ਪੇਂਟ ਕਰਦਾ ਹਾਂ ਆਪਣੇ ਲਿੰਗ ਨਾਲ। ਸਤੀਸ਼ ਦਾ ਚਿਹਰਾ ਭਾਰ ਉੱਠਿਆ ਤੇ ਉਸਨੇ ਆਪਣੇ ਨਥਨੇ ਫੰਕਾਰੇ ਛੱਡਣ ਲੱਗੇ। ਉਹ ਬੋਲਿਆ, ਪਿਕਾਸੋ ਠੀਕ ਆਖ ਰਿਹਾ ਸੀ। ਆਦਮੀ ਦਿਲ ਤੇ ਦਿਮਾਗ ਨਾਲ ਪੇਂਟ ਨਹੀਂ ਕਰਦਾ, ਉਹ ਧੁਨੀ ਦੀ ਸ਼ਕਤੀ ਤੋਂ ਪੇਂਟ ਕਰਦਾ ਹੈ। ਪੇਂਟਿੰਗ ਮਨਹੀਣ ਕਾਰਜ ਹੈ। ਇਹ ਇੱਕ ਪ੍ਰਕਾਰ ਦਾ ਯੱਗ ਹੈ, ਆਹੁਤੀ ਹੈ, ਰਸਮ ਹੈ। ਇਸ ਵਿੱਚ ਆਰਟਿਸਟ ਓਨਾ ਹੀ ਭਾਗੀਦਾਰ ਹੈ ਜਿੰਨਾ ਕਿ ਦਰਸ਼ਕ। ਉਹੀ ਤਾਂਤਰਿਕ ਨਿਯਮ ਤੇ ਰਚਨਾ ਸ਼ਕਤੀ। ਸ਼ੇਕਸਪੀਅਰ ਤੇ ਇਕਬਾਲ ਨੂੰ ਵੇਖੋ, ਉਹਨਾਂ ਦੀ ਮਹਾਨਤਾ ਇਸ ਵਿੱਚ ਨਹੀਂ ਸੀ ਕਿ ਉਹਨਾਂ ਨੇ ਸਾਨੂੰ ਸੁੰਦਰ ਵਿਚਾਰ ਦਿੱਤੇ ਜਾਂ ਅਛੂਤੇ ਖਿਆਲ, ਸਗੋਂ ਇਸ ਤੋਂ ਵੀ ਵੱਡੀ ਚੀਜ਼ ਦਿੱਤੀ। ਉਹ ਸੀ ਇੱਕ ਬਿਜਲਈ ਝਟਕਾ, ਹਿਲਾ ਦੇਣ ਵਾਲਾ ਧਮਾਕਾ। ਇੱਕ ਦੈਵ ਸ਼ਕਤੀ ਨਾਲ ਸ਼ਬਦਾਂ ਨੂੰ ਇਸ ਤਰ੍ਹਾਂ ਬੀੜਿਆ ਕਿ ਪੰਕਤੀਆਂ ਮਗਣ ਲੱਗੀਆਂ। ਇਹਨਾਂ ਵਿੱਚ ਸੰਗੀਤ ਸੀ ਤੇ ਡੰਗ। ਇਹਨਾਂ ਮਹਾਨ ਕਲਾਕਾਰਾਂ ਦੀ ਛੂਹ ਨਾਲ ਮਾਮੂਲੀ ਖਿਆਲ ਅਤੇ ਘਿਸੇ ਪਿਟੇ ਵਿਚਾਰ ਇਲਹਾਮ ਬਣ ਗਏ, ਰੱਬੀ ਪੈਗਾਮ, ਮੰਤਰ ਜੋ ਮੁਰਦੇ ਵਿੱਚ ਜਾਨ ਪਾ ਦੇਣ, ਚਕਾਚੌਂਧ ਕਰਨ ਵਾਲੀ ਖੂਬਸੂਰਤੀ ਤੇ ਅਨੋਖਾਪਣ। ਬਿੰਦੂ ਬੈਠੀ ਗੌਰ ਨਾਲ ਸੁਣ ਰਹੀ ਸੀ। ਉਸਨੇ ਭਾਵਾਂ ਸਕੋੜੀਆਂ ਦੇ ਨਖਰੇ ਨਾਲ ਕਿਹਾ, ਪਰ ਤੂੰ ਪੇਂਟਿੰਗ ਕਰਨੀ ਕਿਉਂ ਛੱਡ ਦਿੱਤੀ? ਹੁਣ ਤੂੰ ਸਿਰਫ ਮਿਊਰਲ ਬਣਾਉਂਦਾ ਹੈ। ਉਹ ਓਡੀ ਵੱਡੀ ਕਲਾ ਨਹੀਂ, ਤੂੰ ਕਮਰਸ਼ੀਅਲ ਹੋ ਗਿਆ ਹੈ। ਸਤੀਸ਼ ਦਾ ਮੂੰਹ ਖੁੱਲ ਗਿਆ ਤੇ ਉਸਦੀ ਦਾੜੀ ਕੰਬ ਉੱਠੀ। ਉਹ ਬੋਲਿਆ, ਤੈਨੂੰ ਪਤਾ ਹੈ ਮਿਊਰਲ ਕੀ ਹੁੰਦਾ ਹੈ? ਸਮਝਦੀ ਹੈ ਇਸ ਸ਼ਬਦ ਨੂੰ? ਇੱਕ ਅਜਿਹਾ ਆਰਟ ਹੈ, ਇਹ ਹੀ ਇੱਕ ਅਜਿਹਾ ਆਰਟ ਹੈ ਜਿਸ ਵਿੱਚ ਮੂਰਤੀ ਕਲਾ, ਚਿੱਤਰ ਕਲਾ ਤੇ ਨਿਰਮਾਣ ਕਲਾ ਦਾ ਸੁਮੇਲ ਹੈ। ਇਹ ਇੱਕ ਪ੍ਰਕਾਰ ਦੀ ਤ੍ਰੈ ਮੂਰਤੀ ਹੈ। ਪੇਂਟਿੰਗ ਇਸ ਤਰ੍ਹਾਂ ਹੈ ਜਿਵੇਂ ਕੋਈ ਇਕੱਲਾ ਬੈਠਾ ਕਮਰੇ ਵਿੱਚ ਸਿਤਾਰ ਵਜਾਵੇ। ਮਿਊਰਲ ਇਸ ਤਰ੍ਹਾਂ ਹੈ ਜਿਵੇਂ ਮੰਚ ਉੱਤੇ ਵੱਡੇ ਆਰਕੈਸਟਰੇ ਵਿੱਚ 25-30 ਸਾਜ਼ ਇਕੱਠੇ ਵੱਜਣ। ਪੇਂਟਿੰਗ ਪ੍ਰਾਈਵੇਟ ਕਲਾ ਹੈ, ਮਿਊਰਲ ਪਬਲਿਕ ਕਲਾ ਹੈ। ਪੇਂਟਿੰਗ ਚਾਹੇ ਤੁਸੀਂ ਕਿਸੇ ਫੁੱਲ ਦੀ ਕਰੋ, ਚਾਹੇ ਇਨਕਲਾਬ ਦੀ, ਇਸ ਦੀ ਕਿਸਮਤ ਵਿੱਚ ਇਹੋ ਲਿਖਿਆ ਹੈ ਕਿ ਇਹ ਅਖੀਰ ਵਿੱਚ ਕਿਸੇ ਅਮੀਰ ਦੇ ਡਰਾਇੰਗ ਰੂਮ ਵਿੱਚ ਟੰਗੀ ਜਾਵੇ ਤੇ ਉੱਥੋਂ ਦੇ ਫਰਨੀਚਰ ਦਾ ਇੱਕ ਹਿੱਸਾ ਬਣ ਜਾਵੇ। ਪੇਂਟਿੰਗ ਅਮੀਰਾਂ ਦੀ ਦਾਸੀ ਬਣ ਕੇ ਰਹਿ ਗਈ। ਮੇਰੀਆਂ ਪੇਂਟਿੰਗਾਂ ਨੇ ਮੈਨੂੰ ਮਿਊਰਲ ਵੱਲ ਲੈ ਆਂਦਾ। ਮਿਊਰਲ ਫਰਾਂਸੀਸੀ ਸ਼ਬਦ ਹੈ। ਇਸ ਦਾ ਅਰਥ ਹੈ ਕੰਧ, ਅਜਿਹੀ ਕੰਧ ਜੋ ਜਿੰਦਾ ਹੈ, ਜੋ ਸਾਹ ਲੈਂਦੀ ਹੈ, ਬੋਲਦੀ ਹੈ, ਸੁਨੇਹਾ ਦਿੰਦੀ ਹੈ। ਅਕਸਰ ਇਮਾਰਤਾਂ ਦੀਆਂ ਕੰਧਾਂ ਮੁਰਦਾ ਹੁੰਦੀਆਂ ਹਨ। ਕੁਝ ਆਰਟਿਸਟ ਸਾਡੇ ਵਿੱਚ ਅਜਿਹੇ ਹਨ ਜੋ ਆਪਣੀ ਕਿਸੇ ਪੇਂਟਿੰਗ ਨੂੰ ਹੀ ਵੱਡਾ ਕਰਕੇ ਕੰਧ ਉੱਤੇ ਰੰਗਾਂ ਤੇ ਪੱਥਰਾਂ ਦੇ ਡਿਜ਼ਾਈਨ ਵਿੱਚ ਢਾਲ ਕੇ ਥੱਪ ਦਿੰਦੇ ਹਨ ਤੇ ਇਸ ਕਰੂਪ ਪ੍ਰਦਰਸ਼ਨੀ ਨੂੰ ਮਿਊਰਲ ਆਖਦੇ ਹਨ। ਨਿਰੀ ਜਹਾਲਤ। ਕਿਸੇ ਨਿੱਕੀ ਕਹਾਣੀ ਨੂੰ ਖਿੱਚ ਕੇ ਤੁਸੀਂ ਵੱਡਾ ਨਾਵਲ ਨਹੀਂ ਬਣਾ ਸਕਦੇ। ਮਿਊਰਲ ਦੀ ਕਲਾ ਚਿੱਤਰਕਲਾ ਨਾਲੋਂ ਵੱਖ ਹੈ। ਇਸ ਦਾ ਸੁਭਾਅ, ਪਸਾਰ ਅਤੇ ਇਸ ਦੀ ਤਕਨੀਕ ਵੱਖਰੀ ਹੈ। ਪਰ ਕੋਈ ਸਮਝਦਾ ਹੈ ਇਸ ਗੱਲ ਨੂੰ? ਦਿੱਲੀ ਵਿੱਚ ਥਾਂ-ਥਾਂ ਮਿਊਰਲ ਨਜ਼ਰ ਆਉਣਗੇ ਤੁਹਾਨੂੰ। ਕਰਜਨ ਰੋਡ ਦੀਆਂ ਇਮਾਰਤਾਂ ਉੱਤੇ ਕੰਧਾਂ ਉੱਤੇ ਪੀਲੇ ਚੱਕਰ ਅਤੇ ਹਰੇ ਅਤੇ ਨੀਲੇ ਲਾਲ ਥੋਬੇ, ਜਿਨ੍ਹਾਂ ਨੂੰ ਮਿਊਰਲ ਆਖਿਆ ਜਾਂਦਾ ਹੈ। ਬਦਸੂਰਤ ਡਿਜ਼ਾਈਨ, ਨਿਰੀ ਬਕਵਾਸ। ਜੈ ਸ਼੍ਰੀ ਨੇ ਸਤੀਸ਼ ਦਾ ਹੱਥ ਫੜਿਆ ਤੇ ਮਲਾਰ ਕੇ ਬੋਲੀ, ਤੂੰ ਬੜਾ ਕਮੀਨਾ ਹੈ, ਮੈਨੂੰ ਉਹ ਪੇਂਟਿੰਗ ਕਿਉਂ ਨਹੀਂ ਦਿੰਦਾ? ਸਤੀਸ਼ ਨੇ ਉਸ ਵੱਲ ਦੇਖਿਆ ਤੇ ਉਸਦੇ ਦਿਮਾਗ ਵਿੱਚ ਕੋਈ ਗੱਲ ਫੁਰੀ। ਉਹ ਬੋਲਿਆ, ਇੱਕ ਸ਼ਰਤ ਉੱਤੇ। ਕੀ? ਤੂੰ ਜਾ ਕੇ ਮੇਰੇ ਸਟੂਲ ਉੱਤੇ ਖੜੀ ਹੋ ਜਾ, ਕੱਪੜੇ ਲਾ ਦੇ ਤੇ ਨੰਗੀ ਉਸ ਪੇਂਟਿੰਗ ਵੱਲ ਚਲੀ ਜਾ। ਸਿਗਰਟਾਂ ਦੇ ਧੂਏ ਦੇ ਹਾਸੇ ਤੇ ਸ਼ੋਰ ਵਿਚਕਾਰ ਜੈ ਸ਼੍ਰੀ ਉੱਠੀ ਤੇ ਜਾ ਕੇ ਸਟੂਲ ਉੱਤੇ ਬੇਬਾਕੀ ਨਾਲ ਢਾਕਾਂ ਉੱਤੇ ਹੱਥ ਰੱਖ ਕੇ ਖੜੀ ਹੋ ਗਈ। ਉਸਨੇ ਸਾਰਿਆਂ ਵੱਲ ਇੱਕ ਨਖਰੀਲੀ ਐਕਟਰੈਸ ਵਾਂਗ ਵੇਖਿਆ। 1 ਮਿੰਟ ਉਹ ਸਾਡੇ ਪ੍ਰਤੀਕਰਮ ਨੂੰ ਜਾਂਚਦੀ ਖੜੀ ਰਹੀ। ਸਾਰਿਆਂ ਲਈ ਇੱਕ ਸਸਪੈਂਸ। ਪਾਰਟੀ ਵਿੱਚ ਬਹੁਤੀਆਂ ਔਰਤਾਂ ਪਰੰਪਰਾਗਤ ਸਦਾਚਾਰ ਦੇ ਵਿਰੁੱਧ ਬੋਲਦੀਆਂ ਤੇ ਮਾਡਰਨ ਪੱਛਮੀ ਨਿਸ਼ੰਗਤਾ ਤੇ ਨਿਡਰਤਾ ਦੀ ਹਾਮੀ ਭਰਦੀਆਂ ਸਨ। ਪਰ ਉਹਨਾਂ ਦੀ ਬਦਹਾਲੀ, ਲਾਪਰਵਾਹੀ ਤੇ ਬੇਬਾਕੀ ਹੇਠ ਭਾਰਤੀ ਨਾਰੀ ਛੁਪੀ ਹੋਈ ਸੀ, ਜਿਸ ਵਿੱਚ ਸਦੀਆਂ ਦੀ ਸੰਗ ਅਤੇ ਜਿਨਸੀ ਝਿਜਕ ਬੁੱਕਲ ਮਾਰੀ ਬੈਠੀ ਸੀ। ਉਹਨਾਂ ਨੇ ਜੈ ਸ਼੍ਰੀ ਨੂੰ ਇਉਂ ਦੇਖਿਆ ਜਿਵੇਂ ਉਹ ਕਿਸੇ ਉੱਚੇ ਮੀਨਾਰ ਤੋਂ ਠਾਠਾਂ ਮਾਰਦੇ ਸਾਗਰ ਵਿੱਚ ਛਾਲ ਮਾਰਨ ਲੱਗੀ ਹੋਵੇ। ਜੈ ਸ਼੍ਰੀ ਨੇ ਸਾਡੇ ਵੱਲ ਸ਼ਰਾਰਤ ਭਰੀ ਖੁਸ਼ੀ ਨਾਲ ਦੇਖਿਆ ਤੇ ਉਹ ਡੂੰਘੀ ਸੈਕਸੀ ਹਾਸੀ ਹੱਸੀ। ਫਿਰ ਉਸਨੇ ਸਿਰ ਝਟਕ ਕੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਪਹਿਲਾਂ ਸਾੜੀ ਲਾਹੀ, ਫਿਰ ਬਲਾਊਜ਼, ਫਿਰ ਪੇਟੀਕੋਟ, ਪਿਆਜ਼ੀ ਅੰਗੀ ਅਤੇ ਕੱਛੀ ਵਿੱਚ ਖੜੀ ਹੋ ਗਈ। ਪਾਰਟੀ ਦੀਆਂ ਸਾਰੀਆਂ ਔਰਤਾਂ ਤੇ ਮਰਦ ਇਸ ਚੀਰ ਹਰਨ ਦੀ ਖੇਲ ਨੂੰ ਦੇਖ ਕੇ ਖੁਸ਼ੀ ਤੇ ਮਸਤੀ ਨਾਲ ਹੱਸ ਰਹੇ ਸਨ ਤੇ ਝੂਮ ਰਹੇ ਸਨ।
ਜੈ ਸ਼੍ਰੀ ਨੇ ਆਪਣੀਆਂ ਲੰਮੀਆਂ ਜ਼ੁਲਫਾਂ ਨੂੰ ਝਟਕਿਆ ਤੇ ਅੰਗੀ ਦੀਆਂ ਤਣੀਆਂ ਖੋਲ ਕੇ ਇਸ ਨੂੰ ਪਰਾਂ ਸੁੱਟਿਆ। ਸਾਨੂੰ ਹੁਸੀਨ ਜਲਵਾ ਨਜ਼ਰ ਆਇਆ ਉਸ ਦੀਆਂ ਭਰਵੀਆਂ ਰੇਸ਼ਮੀ ਛਾਤੀਆਂ ਦਾ, ਜਿਨ੍ਹਾਂ ਉੱਤੇ ਫਾਲਸੇ ਰੰਗੀਆਂ ਡੋਡੀਆਂ ਖੜੀਆਂ ਸਨ। ਸਾਰਿਆਂ ਦੇ ਅੰਦਰ ਇੱਕ ਲੂਰੀ ਦੌੜ ਗਈ, ਹੈਰਾਨੀ ਦੀ, ਸ਼ਲਾਘਾ ਦੀ, ਖੁਸ਼ੀ ਦੀ। ਤੀਵੀਆਂ ਚੀਖ ਉੱਠੀਆਂ, ਬਸ ਬਸ, ਹੋਰ ਨਹੀਂ। ਸਤੀਸ਼ ਗਰਜਿਆ, ਨਹੀਂ ਹੋਰ। ਜੈ ਸ਼੍ਰੀ ਹੱਸੀ, ਥਿਰਕੀ ਤੇ ਉਸਨੇ ਕੱਛੀ ਲਾ ਕੇ ਠੋਕਰ ਮਾਰੀ। ਇੱਕ ਮਾਡਲ ਵਾਂਗ ਉਹ ਪੱਬਾਂ ਭਾਰ ਘੁੰਮ ਗਈ। ਉਹ ਮੇਲਦੀ ਹੋਈ ਪੇਂਟਿੰਗ ਵੱਲ ਵਧੀ ਤੇ ਉਸ ਦੀਆਂ ਗੱਦਰ ਛਾਤੀਆਂ ਜਿਨਸੀ ਸ਼ਰਾਰੇ ਛੱਡਦੀਆਂ ਆਪਸ ਵਿੱਚ ਠਹਿਕੀਆਂ। ਉਹ ਪੇਂਟਿੰਗ ਨੂੰ ਲਾਹੁਣ ਖਾਤਰ ਪੱਬਾਂ ਭਾਰ ਖੜੀ ਹੋਈ। ਧੂਏਂ ਦੀ ਸਲੇਟੀ ਰੋਸ਼ਨੀ ਵਿੱਚ ਸਾਨੂੰ ਨਜ਼ਰ ਆ ਰਹੀ ਸੀ ਉਸਦੀ ਲੰਮੀ ਮਰਮਰੀ ਬਾਂਹ, ਕਾਲੇ ਚਮਕੀਲੇ ਨਹੁੰ ਅਤੇ ਵੱਡੇ ਨਿਤੰਬ, ਜਿਵੇਂ ਹਦਵਾਣੇ ਨੂੰ ਚੀਰ ਕੇ ਰੱਖਿਆ ਹੋਵੇ। ਉਸਨੇ ਪੇਂਟਿੰਗ ਲਾਹੀ, ਆਪਣੇ ਕੱਪੜੇ ਚੁੱਕ ਕੇ ਅਤੇ ਦੂਜੇ ਕਮਰੇ ਵਿੱਚ ਗਾਇਬ ਹੋ ਗਈ। ਕੁਝ ਮਿੰਟਾਂ ਪਿੱਛੋਂ ਜਦੋਂ ਉਹ ਮੁਸਕਰਾਉਂਦੀ ਹੋਈ ਤੇ ਸਾੜੀ ਲਪੇਟਦੀ ਹੋਈ ਸਾਡੇ ਕਮਰੇ ਵਿੱਚ ਦਾਖਲ ਹੋਈ ਤਾਂ ਸਾਰੇ ਨੇ ਖੁਸ਼ੀ ਨਾਲ ਚੀਕਾਂ ਮਾਰ ਕੇ ਉਸਨੂੰ ਜੱਫੀ ਪਾ ਲਈ। ਸਤੀਸ਼ ਨੇ ਇਹ ਸੌਦਾ ਨਹੀਂ ਸੀ ਕੀਤਾ। ਉਹ ਸ਼ਰਮ ਨਾਲ ਪਸੀਨਾ ਪਸੀਨਾ ਹੋ ਰਿਹਾ ਸੀ, ਜਿਵੇਂ ਉਸਦੇ ਆਪਣੇ ਸਾਰੇ ਕੱਪੜੇ ਲੱਥ ਗਏ ਹੋਣ।